ਤੁਹਾਡਾ ਸਵਾਗਤ। ਤੁਹਾਨੂੰ ਜੀ ਆਇਆਂ ਨੂੰ। ਦੇਸ਼ ਵਿੱਚ ਮਹਿੰਗਾਈ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਔਰ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਤੇ ਹੀ ਕਿ ਇੱਕ ਪਾਸੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਦਿੱਤਾ ਗਿਆ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਮੋਦੀ ਸਰਕਾਰ ਦੁਆਰਾ ਭਾਜਪਾ ਵੱਲੋਂ, ਤੇ ਦੂਜੇ ਪਾਸੇ ਮਹਿੰਗਾਈ ਜਿਹੜੀ ਹੈ, ਇਨਫਲੇਸ਼ਨ ਜਿਹੜੀ ਜਿਸ ਰਫ਼ਤਾਰ ਨਾਲ ਵੱਧ ਰਹੀ ਹੈ ਉਹਦੇ ਕਾਰਨ ਕੀ ਹੈ। ਅਕੋਰਡਿੰਗ ਟੂ ਆਵਰ ਕਨਸਟੀਟਿਊਸ਼ਨ ਕਿ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਆ, ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਹੋਏ ਨੁਮਾਇੰਦੇ ਸਰਕਾਰਾਂ, ਉਹ ਅਸਲ ਡੈਮੋਕ੍ਰੇਸੀ ਨੂੰ ਰਿਫਲੈਕਟ ਕਰਦੀਆਂ। ਲੇਕਿਨ ਪਿਛਲੇ ਸਾਲਾਂ 'ਚ ਦੇਖਿਆ ਆਪਾਂ, ਮੋਦੀ ਸਾਹਿਬ ਜਦੋਂ ਦੇ ਸੱਤਾ 'ਚ ਆਏ ਆ, ਤਕਰੀਬਨ 8 ਤੋਂ ਵੱਧ ਸਰਕਾਰਾਂ ਜਿਹੜੀਆਂ ਹੈ ਇਹਨਾਂ ਨੇ ਖਰੀਦ ਫਰੋਖਤ ਨਾਲ, ਪੈਸੇ ਦੀ ਤਾਕਤ ਨਾਲ, ਜਾਂ ਤੇ ਆਪ ਸੱਤਾ ਤੇ ਕਾਬਜ ਹੋ ਗਏ। ਜਿਹੜੀਆਂ ਇਲੈਕਟਡ ਸਰਕਾਰ ਸੀ, ਚਾਹੇ ਉਹ ਤੁਸੀਂ ਰੀਸੈਂਟ ਐਗਜ਼ਾਮਪਲ ਲੈ ਲਓ ਮਹਾਰਾਸ਼ਟਰ ਦਾ, ਮੱਧ ਪ੍ਰਦੇਸ਼ ਦਾ, ਗੋਆ 'ਚ ਕੀ ਹੋਇਆ, ਨਾਰਥ ਈਸਟ ਮੇਘਾਲय, ਈਵਨ ਮਣੀਪੁਰ, ਆਪਰੇਸ਼ਨ ਲੋਟਸ ਦੇ ਰਾਹੀਂ ਕਰੋੜਾਂ ਰੁਪਇਆ ਖਰਚ ਕਰਕੇ ਇਹਨਾਂ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ। ਜਿਹੜੀਆਂ ਚੁਣੀਆਂ ਹੋਈਆਂ ਗਵਰਨਮੈਂਟ ਸੀ ਉਹਨਾਂ ਨੂੰ ਸੁੱਟਤਾ, ਡੇਗਤਾ। ਆਪਰੇਸ਼ਨ ਲੋਟਸ ਹਾਲਾਂਕਿ ਦਿੱਲੀ 'ਚ ਆ ਕੇ ਆਪਰੇਸ਼ਨ ਚਿੱਕੜ ਬਣ ਗਿਆ, ਲੇਕਿਨ ਇਹਦੇ ਪਿੱਛੇ ਪੂਰੀ ਇੱਕ ਜਿਹੜੀ ਕਨਸੀਪਰੈਂਸੀ ਹੈ, ਥਿਉਰੀ ਆ, ਇੱਕ ਸਕ੍ਰਿਪਟ ਹੈ, ਉਹ ਜਾਣਨਾ ਲੋਕਾਂ ਨੂੰ, ਔਰ ਖਾਸ ਕਰ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਪਿਛਲੇ 8 ਸਾਲਾਂ 'ਚ 5500 ਕਰੋੜ ਇੱਕ ਮੋਟਾ ਅਨੁਮਾਨ ਹੈ। ਜੇ ਅਸੀਂ 20 ਕਰੋੜ ਪਰ ਐਮਐਲਏ ਵੀ ਇੱਕ ਜਿਹੜੀ ਆਫਰ ਦਿੱਲੀ 'ਚ ਆਮ ਆਦਮੀ ਪਾਰਟੀ ਤੇ ਐਮਐਲਏ ਨੂੰ ਖਰੀਦਣ ਦੀ ਹੋਈ ਸੀ ਕਿ 20 ਕਰੋੜ ਰੁਪਇਆ ਲੈ ਲਓ, 40 ਐਮਐਲਏ ਨੂੰ ਸਾਡੇ, ਜਾਂ ਤੇ ਸਾਡੀ ਸਪੋਰਟ ਕਰੋ। ਈਵਨ ਮਨੀਸ਼ ਸਿਸੋਦੀਆ ਜਿਹਨੂੰ ਕਹਿ ਦਿੱਤਾ ਗਿਆ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਆ। ਹਾਲਾਂਕਿ ਦਿੱਲੀ 'ਚ ਆਪਰੇਸ਼ਨ ਲੋਟਸ, ਆਪਰੇਸ਼ਨ ਚਿੱਕੜ ਬਣ ਗਿਆ, ਲੇਕਿਨ ਫਿਰ ਵੀ ਚਾਹੇ ਮਹਾਰਾਸ਼ਟਰ, ਜਿਸ ਤਰ੍ਹਾਂ ਮੈਂ ਸਟੇਟ ਗਿਣਾਏ, ਮੱਧ ਪ੍ਰਦੇਸ਼, ਗੋਆ, ਅਸਾਮ, ਮਣੀਪੁਰ, ਮੇਘਾਲय, ਬਿਹਾਰ 'ਚ ਵੀ ਹੁੰਦਾ ਬੱਚਿਆ 5500 ਕਰੋੜ ਰੁਪਏ ਇਹਨਾਂ ਲੋਕਾਂ ਨੇ ਖਰਚ ਕੀਤਾ। ਅੱਜ 20 ਕਰੋੜ ਰੁਪਏ ਪਰ ਐਮਐਲਏ ਦੀ ਵੀ ਗੱਲ ਕਰ ਲਓ, ਔਰ 10 ਲੱਖ ਕਰੋੜ ਤੋਂ 10.72 ਲੱਖ ਕਰੋੜ ਜਿਹੜੇ ਰਾਈਟ ਆਫ ਕੀਤੇ ਆ। ਮਤਲਬ ਸਰਕਾਰਾਂ, ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਵਾਸਤੇ, ਚੁਣੇ ਹੋਏ ਐਮਐਲਏ ਨੂੰ ਖਰੀਦਣ ਵਾਸਤੇ ਪੈਸੇ ਹੈਗੇ ਆ, ਤੇ ਦੂਜੇ ਪਾਸੇ ਦੇਸ਼ ਮਹਿੰਗਾਈ ਦੀ ਮਾਰ ਹੇਠਾਂ, ਆਮ ਬੰਦਾ, ਆਮ ਜਿਹੜੇ ਹਿੰਦੁਸਤਾਨ ਦੇ ਲੋਕ ਹੈ, ਉਹ ਇਨਫਲੇਸ਼ਨ 'ਚ ਇਸ ਕਦਰ ਮਤਲਬ ਫਸੇ ਹੋਏ ਆ, ਮਹਿੰਗਾਈ 'ਚ ਮਾਰ ਹੇਠਾਂ ਇਸ ਤਰ੍ਹਾਂ ਆਏ ਹੋਏ ਆ ਕਿ ਘਰ ਚਲਾਉਣਾ ਦੂਬਰ ਹੋ ਗਿਆ। 2 ਟਾਈਮ ਦੀ ਰੋਟੀ ਵੀ ਜਿਹੜੀ ਆ ਉਹਨਾਂ ਨੂੰ ਖਾਣੀ ਮੁਸ਼ਕਲ ਹੋ ਰਹੀ ਆ। 2014 'ਚ ਡੀਜ਼ਲ 54 ਰੁਪਏ ਸੀ ਤੇ ਅੱਜ 90 ਰੁਪਏ ਹੋ ਗਿਆ, 90 ਪਲੱਸ ਹੀ ਹੋ ਗਿਆ ਕਈ ਸਟੇਟ। ਪੈਟਰੋਲ 2014 'ਚ 60 ਰੁਪਏ ਸੀ ਤੇ ਅੱਜ 110 ਰੁਪਏ, ਔਰ ਉਸ ਤੋਂ ਵੀ ਟੱਪ ਗਿਆ। ਆ ਸੀਐਨਜੀ ਦੀ ਗੱਲ ਕਰ ਲਈ ਆਪਾਂ, 35 ਰੁਪਏ ਸੀਗੀ 2014 'ਚ ਤੇ ਅੱਜ 75 ਰੁਪਏ ਤੋਂ ਪਾਰ ਹੋ ਗਈ। ਤੇ ਜਿਹੜੇ ਮੋਦੀ ਸਾਹਿਬ ਕਹਿੰਦੇ ਸੀ ਕਿ ਅਸੀਂ ਸਿਲੰਡਰ ਬੀਬੀਆਂ, ਮਾਵਾਂ, ਭੈਣਾਂ ਨੂੰ ਫ੍ਰੀ ਦੇਣੇ ਆ, ਉਹ ਸਿਲੰਡਰ 475 ਰੁਪਏ ਦਾ ਸੀ, ਅੱਜ 1053 ਰੁਪਏ ਦਾ ਹੋ ਗਿਆ, 1053 ਰੁਪਏ। ਯਾਨੀ ਕਿ ਆਮ ਗਰੀਬ ਬੰਦਾ 2 ਟਾਈਮ ਦੀ ਰੋਟੀ ਖਾਣ ਨੂੰ ਵੀ ਮਜਬੂਰ, ਬੜੀ ਮੁਸ਼ਕਲ ਨਾਲ ਮਤਲਬ ਉਹ ਕਮਾ ਪਾ ਰਿਹਾ ਜਾਂ ਅਫੋਰਡ ਕਰ ਪਾ ਰਿਹਾ। ਤੇ ਦੂਜੇ ਪਾਸੇ ਚੁਣੀਆਂ ਹੋਈਆਂ ਸਰਕਾਰਾਂ ਡੈਮੋਕ੍ਰੈਟਿਕ ਤਰੀਕੇ ਨਾਲ, ਡੈਮੋਕ੍ਰੈਟਿਕ ਪ੍ਰਣਾਲੀ ਨਾਲ ਇਲੈਕਟਡ ਲੋਕਾਂ ਦੀ ਖਰੀਦ ਫਰੋਖਤ ਕਰਕੇ, ਤਾਨਾਸ਼ਾਹੀ ਰਵੱਈਏ ਨਾਲ, ਡਿਕਟੇਟਰਸ਼ਿਪ ਨਾਲ, ਸੱਤਾ ਦੇ ਨਸ਼ੇ ਨਾਲ ਮੋਦੀ ਸਾਹਿਬ ਔਰ ਭਾਜਪਾ ਕਰੋੜਾਂ ਰੁਪਈਆ ਖਰਚ ਕਰ ਰਹੀ ਆ। ਸਾਮ ਦਾਮ ਦੰਡ ਭੇਦ, ਜੋ ਮਰਜ਼ੀ ਤਰੀਕਾ ਉਹ ਕਹਿੰਦੇ ਜਾਂ ਸਾਡੇ ਨਾਲ ਰਲ ਜਾਓ ਜਾਂ ਪੈਸੇ ਲੈ ਲਓ। ਨਹੀਂ,
ਤੇ ਸੀਬੀਆਈ ਤੇ ਈਡੀ ਤੁਹਾਡੇ ਘਰ ਭੇਜਾਂਗੇ। ਅੱਜ ਚੌਕਸ ਹੋਣ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਅੰਬੇਡਕਰ ਸਾਹਿਬ ਸਾਨੂੰ ਕਨਸਟੀਟਿਊਸ਼ਨ ਜਿਹਦੇ ਚ ਹਰੇਕ ਵਰਗ ਨੂੰ ਅਧਿਕਾਰ ਦਿੱਤੇ ਗਏ ਸੀ, ਖਾਸ ਕਰ ਗਰੀਬ ਲੋਕਾਂ ਨੂੰ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦਿੱਤਾ ਸੀ। ਲੋਕ ਆਪਣੀ ਸਰਕਾਰ ਆਪ ਚੁਣਨਗੇ, ਲੋਕ ਆਪਣੇ ਨੁਮਾਇੰਦੇ ਆਪ ਚੁਣਨਗੇ, ਉਹ ਨੁਮਾਇੰਦੇ ਉਹਨਾਂ ਲਈ ਉਹਨਾਂ ਦੇ ਪ੍ਰੋ ਪੀਪਲਸ ਪਾਲਿਸੀਜ਼ ਜਿਹੜੀਆਂ ਹੈਗੀਆਂ ਬਣਾਉਣਗੇ। ਲੇਕਿਨ ਜਿਹੜਾ ਇਹ ਧੰਦਾ ਸ਼ੁਰੂ ਹੋਇਆ 2014 ਤੋਂ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਇਆ, ਇਹ ਬਹੁਤ ਖਤਰਨਾਕ ਸਥਿਤੀ ਮੁਲਕ ਲਈ ਬਣਦੀ ਜਾ ਰਹੀ ਹੈ ਕਿ ਤੁਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ, ਐਮਐਲਏ ਦੀ ਖਰੀਦ ਫਰੋਖਤ ਕਰਕੇ ਡਰਾ ਕੇ ਸੀਬੀਆਈ, ਅੱਛਾ ਜਿਹੜਾ ਇਹਨਾਂ ਦੀ ਗੱਲ ਨਹੀਂ ਮੰਨਦਾ ਉਹਦੇ ਘਰ ਸੀਬੀਆਈ ਭੇਜ ਦਿੰਦੇ, ਈਡੀ ਭੇਜ ਦਿੰਦੇ ਆ। ਯਾਨੀ ਕਿ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਪੈਸੇ ਦੀ ਕਮੀ ਨਹੀਂ ਹੈ, ਪੈਸਾ ਜਾਂ ਤੇ ਸਰਕਾਰਾਂ ਖਰੀਦਣ ਵਾਸਤੇ ਇਸਤੇਮਾਲ ਹੋ ਰਿਹਾ ਮੋਦੀ ਸਾਹਿਬ ਦੁਆਰਾ, ਭਾਜਪਾ ਦੁਆਰਾ, ਜਾਂ ਕਾਰਪੋਰੇਟ ਘਰਾਣੇ। ਹੁਣ ਵੇਖੋ, ਇੱਕ ਪਾਸੇ ਕਾਰਪੋਰੇਟ ਘਰਾਣੇ, ਚੰਦ ਘਰਾਣੇ ਜਿਹੜੇ ਵੱਡੇ ਰਹੀਸ ਲੋਕ ਹੈ, ਕਾਰੋਬਾਰੀ ਹੈ, ਉਹਨਾਂ ਤੋਂ ਚੈੱਕ ਦੇ ਰਾਹੀਂ ਫੰਡ ਲੈ ਰਹੀ ਹੈ ਭਾਜਪਾ, ਕਰੋੜਾਂ ਰੁਪਇਆ ਲੈ ਰਹੀ ਹੈ ਔਰ ਔਨ ਰਿਕਾਰਡ ਗੱਲਾਂ ਹੈ। ਦੂਜੇ ਪਾਸੇ 10.72 ਲੱਖ 10.72 ਲੱਖ ਕਰੋੜ ਉਹਨਾਂ ਦੇ ਰਾਈਟ ਆਫ ਕਰਤੇ। ਬੜਾ ਮਤਲਬ ਦੇਖੋ ਕਿਆ ਸ਼ਾਨਦਾਰ ਡੀਲ ਬਣਾ ਰਹੇ ਹੈ ਸੱਤਾ 'ਚ ਰਹਿਣ ਲਈ ਕਿ ਤੁਸੀਂ ਚੰਦਾ ਸਾਨੂੰ ਦਿਓ, ਅਸੀਂ ਤੁਹਾਡੇ ਕਰਜ਼ੇ ਮਾਫ ਕਰ ਦਾਂਗੇ। ਉਹਨਾਂ ਘਰ ਨਹੀਂ ਸੀਬੀਆਈ ਭੇਜਦੇ, ਨਹੀਂ, ਨੋ ਈਡੀ ਨੋ ਸੀਬੀਆਈ। ਕਾਰਪੋਰੇਟ ਵਾਸਤੇ ਜਿਨ੍ਹਾਂ ਲੋਕਾਂ ਕੋਲ ਚੰਦਾ ਲੈਂਦੇ ਉਹਨਾਂ ਦੇ ਸੀਬੀਆਈ ਈਡੀ ਨਹੀਂ ਜਾ ਰਹੀ, ਉਹਨਾਂ ਕੋ ਚੈੱਕ ਦੇ ਰਾਹੀਂ ਚੰਦਾ ਲੈਂਦੇ ਆ ਤੇ ਰਾਈਟ ਆਫ ਨਾਨ ਪ੍ਰੋਫਿਟ ਐਸੈਟ ਬਣਾ ਕੇ ਐਨਪੀਏ ਦੇ ਰਾਹੀਂ ਕਰੋੜਾਂ ਲੱਖਾਂ ਕਰੋੜਾਂ ਰੁਪਇਆ। ਤੇ ਮਹਿੰਗਾਈ ਦੀ ਮਾਰ ਆਮ ਬੰਦਾ, ਆਮ ਨਾਗਰਿਕ, ਆਮ ਲੋਕ ਹਿੰਦੁਸਤਾਨ ਦੇ ਚੱਲ ਰਿਹਾ। ਇਹ ਹਾਲਾਤ ਬਣਾਤੇ ਇਹਨਾਂ ਨੇ ਪਿਛਲੇ ਸਾਲਾਂ। ਆ ਪਿਛਲੇ ਦਿਨਾਂ 'ਚ ਮੋਦੀ ਸਾਹਿਬ ਕਹਿ ਰਹੇ ਸੀ ਲਾਲ ਕਿਲੇ ਤੋਂ, ਰੈੱਡ ਫੋਰਟ ਤੋਂ ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀ ਵੀ ਸਾਰੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਕੇ ਕਿ ਤੁਸੀਂ ਮੇਰਾ ਕਰਪਸ਼ਨ ਦੀ ਲੜਾਈ 'ਚ ਸਹਿਯੋਗ ਕਰੋ। 8 ਸਾਲ ਤੁਹਾਨੂੰ ਸੱਤਾ 'ਚ ਹੋ ਗਏ ਆ ਤੇ ਕਰਪਸ਼ਨ ਜੇ ਹਜੇ ਵੀ ਇਸ ਤਰ੍ਹਾਂ ਹੋ ਰਿਹਾ ਤੇ ਇਹਦਾ ਮਤਲਬ ਹਿੱਸੇਦਾਰ ਹੋ, ਭਾਗੀਦਾਰ ਹੋ, ਇਹਦਾ ਮਤਲਬ ਤੁਸੀਂ ਹਿੱਸੇਦਾਰ ਹੋ ਇਹਦੇ 'ਚ। ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ 5 ਸਵਾਲ ਰੱਖੇ ਉਹਨਾਂ ਦੇ। ਅਗਰ ਸੁਹਿਰਦਤਾ ਹੈ ਪ੍ਰਧਾਨ ਮੰਤਰੀ ਜੀ, ਤੁਸੀਂ ਵਾਕਈ ਚਾਹੁੰਦੇ ਹੋ ਕਿ ਦੇਸ਼ 'ਚੋਂ ਕਰਪਸ਼ਨ ਖਤਮ ਹੋਵੇ ਜਾਂ ਕਰਪਸ਼ਨ ਦੇ ਖਿਲਾਫ ਤੁਹਾਡੀ ਸਾਫ਼ ਸੁਥਰੀ ਲੜਾਈ ਆ, ਇਮਾਨਦਾਰੀ ਵਾਲੀ ਲੜਾਈ ਆ, ਤੁਸੀਂ ਪੱਖਪਾਤ ਨਹੀਂ ਕਰ ਰਹੇ, ਤੁਸੀਂ ਕਾਰਪੋਰੇਟਾਂ ਦਾ ਅਗਰ ਪੱਖ ਨਹੀਂ ਪੂਰ ਰਹੇ ਤੇ 5 ਸਵਾਲ ਹੈ। ਇੱਕ ਕਿ ਗੁਜਰਾਤ 'ਚ 27 ਸਾਲ ਤੋਂ ਬੀਜੇਪੀ ਰੂਲ ਹੈ, ਹਰ ਸਾਲ ਪੇਪਰ ਲੀਕ ਹੋ ਰਿਹਾ, ਹਰ ਸਾਲ ਗੁਜਰਾਤ 'ਚ। ਅਗਰ ਮੋਦੀ ਸਾਹਿਬ ਤੁਸੀਂ ਇਮਾਨਦਾਰੀ ਨਾਲ, ਅਗਰ ਤੁਸੀਂ ਇਮਾਨਦਾਰ ਹੋ, ਭਾਜਪਾ ਅਗਰ ਇਮਾਨਦਾਰ ਹੈ ਤੇ ਜਿਹੜੇ ਗੁਜਰਾਤ 'ਚ ਪੇਪਰ ਲੀਕ ਹੋ ਰਹੇ ਆ ਉਹਨਾਂ ਦੀ ਸੀਬੀਆਈ ਔਰ ਈਡੀ ਜਾਂਚ ਕਰਾਉਣੀ ਚਾਹੀਦੀ ਹੈ। ਸਵਾਲ ਨੰਬਰ 2, ਅਗਰ ਮੋਦੀ ਸਾਹਿਬ ਸੋਚਦੇ ਆ ਕਿ ਕਰਪਸ਼ਨ ਦੇ ਖਿਲਾਫ ਉਹ ਸਾਫ਼ ਨੀਅਤ ਨਾਲ ਤੇ ਜਿਹੜਾ 22,000 ਕਰੋੜ ਦਾ ਡਰਗ ਪਿਛਲੇ ਸਾਲਾਂ 'ਚ ਬੀਜੇਪੀ ਰੂਲ ਗੁਜਰਾਤ ਦੇ ਪੋਰਟਸ ਤੋਂ ਫੜਿਆ ਗਿਆ ਔਰ ਉਹ ਵੀ ਪੋਰਟਸ ਮੋਦੀ ਸਾਹਿਬ ਦੇ ਖਾਸ ਦੋਸਤ ਦੇ ਆ, 22,000 ਕਰੋੜ ਦੇ ਨਸ਼ੇ। ਅਗਰ ਮੋਦੀ ਸਾਹਿਬ ਤੁਹਾਡੀ ਲੜਾਈ ਸਾਫ਼ ਨੀਅਤ ਨਾਲ ਹੈ ਤੇ 22,000 ਕਰੋੜ ਜਿਹੜਾ ਨਸ਼ਾ ਫੜਿਆ ਗੁਜਰਾਤ ਦੇ ਪੋਰਟਸ ਤੋਂ, ਤੁਹਾਡੇ ਖਾਸ ਦੋਸਤ ਦੇ ਪੋਰਟਸ ਤੋਂ, ਉਹਦੇ ਖਿਲਾਫ ਸੀਬੀਆਈ ਔਰ ਈਡੀ ਦੀ ਇਨਕੁਆਇਰੀ ਕਰਾਓ। ਅਗਰ ਪ੍ਰਧਾਨ ਮੰਤਰੀ ਜੀ ਦੀ ਨੀਅਤ ਸਾਫ਼ ਹੈ ਤੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਹੈ ਕਿ ਜਿਹੜੇ 50 ਤੋਂ ਵੱਧ ਨਸ਼ੇ ਕਰਕੇ ਆਪਣੀ ਪੋਇਜ਼ਨਿੰਗ, ਮਤਲਬ ਨਸ਼ੀਲੀ ਸ਼ਰਾਬ ਨਾਲ, ਜ਼ਹਿਰੀਲੀ ਸ਼ਰਾਬ ਨਾਲ, ਪੋਇਜ਼ਨ ਜਿਹੜੀ ਵਾਈਨ ਸੀ ਜਾਂ ਵਿਸਕੀ ਸੀ ਜਾਂ ਸ਼ਰਾਬ ਸੀ, ਉਹਦੇ ਨਾਲ ਜਿਹੜੇ 50 ਤੋਂ ਵੱਧ ਸ਼ਰਾਬਬੰਦੀ ਸਟੇਟ ਗੁਜਰਾਤ 'ਚ ਜਿਹੜੇ ਲੋਕ ਮਰੇ ਆ ਔਰ ਉਹ ਸ਼ਰਾਬ ਦਾ ਕਾਰੋ। ਇੱਕ ਪਾਸੇ ਤੇ ਸੂਬੇ 'ਚ ਸ਼ਰਾਬਬੰਦੀ ਹੈ ਗੁਜਰਾਤ 'ਚ ਜਿੱਥੇ ਬੀਜੇਪੀ ਰੂਲ ਕਰ ਰਹੀ ਹੈ, ਉੱਥੇ ਉਸ ਸ਼ਰਾਬ ਨਾਲ, ਜ਼ਹਿਰੀਲੀ ਸ਼ਰਾਬ ਨਾਲ ਮਰੇ ਹੋਏ ਲੋਕਾਂ ਦੀ ਮੌਤ ਦੀ ਸੀਬੀਆਈ ਇਨਕੁਆਇਰੀ ਕਰਾਉਣ। ਅਗਰ ਮੋਦੀ ਜੀ ਦੀ ਨੀਅਤ ਸਾਫ਼ ਹੈ, ਭਾਜਪਾ ਦੀ ਨੀਅਤ ਸਾਫ਼ ਹੈ, ਅਗਰ ਵਾਕਈ ਮੋਦੀ ਜੀ ਦੀ ਨੀਅਤ ਕਰਪਸ਼ਨ ਦੇ ਖਿਲਾਫ
ਸਾਫ਼ ਹੈ, ਸੁਥਰੀ ਹੈ। ਅਗਰ ਚੰਗਾ ਜੇ ਕਰਪਸ਼ਨ ਦੇ ਖਿਲਾਫ ਲੜਾਈ ਲੜਨਾ ਚਾਹੁੰਦੇ ਆ ਤੇ ਜਿਹੜਾ ਬੁੰਦੇਲਖੰਡ ਦਾ ਐਕਸਪ੍ਰੈਸਵੇ ਜਿਹਦਾ ਉਦਘਾਟਨ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀਤਾ ਔਰ 5 ਦਿਨ ਬਾਅਦ ਹਜ਼ਾਰਾਂ ਕਰੋੜ ਰੁਪਏ ਦੇ ਖਰਚੇ ਨਾਲ ਬੁੰਦੇਲਖੰਡ ਐਕਸਪ੍ਰੈਸ ਜਿਹੜਾ ਢਾਹ ਢੇਰੀ ਹੋ ਗਿਆ, ਉਹਦੀ ਸੀਬੀਆਈ ਔਰ ਈਡੀ ਦੀ ਇਨਕੁਆਇਰੀ ਕਰਾਉਣ ਮੋਦੀ ਸਾਹਿਬ ਭਾਜਪਾ ਕਰਵਾਵੇ। ਅਗਰ ਇਹਨਾਂ ਦੀ ਨੀਅਤ ਸਾਫ਼ ਹੈ, ਅਗਰ ਇਹਨਾਂ ਦੀ ਨੀਤੀ ਔਰ ਨੀਅਤ ਸਾਫ਼ ਹੈ ਕਿ ਜਿਹੜਾ 10 ਲੱਖ ਤੋਂ ਉੱਪਰ ਰਾਈਟ ਆਫ ਕੀਤਾ ਹੈ ਕਰਜ਼ਾ, ਉਹਦੀ ਸੀਬੀਆਈ ਔਰ ਈਡੀ ਦੀ ਉਹਦੀ ਇਨਕੁਆਇਰੀ ਉਹਨਾਂ ਲੋਕਾਂ ਦੇ ਖਿਲਾਫ ਕਰਾਓ, ਉਹਨਾਂ ਦੇ ਭੇਜੋ ਨਾ ਸੀਬੀਆਈ। ਤੁਸੀਂ ਇਲੈਕਟਡ ਐਮਐਲਏ ਦੀ ਖਰੀਦ ਫਰੋਖਤ ਕਰਨ ਲਈ ਸੀਬੀਆਈ ਔਰ ਈਡੀ ਦਾ ਮਿਸਯੂਜ਼ ਕਰ ਰਹੇ ਹੋ, ਜਿਨ੍ਹਾਂ ਦਾ 10.72 ਲੱਖ ਕਰੋੜ ਕਰਜ਼ਾ ਰਾਈਟ ਆਫ ਕਰਤਾ, ਮਾਫ ਕਰਤਾ। ਵੱਡੇ ਕਾਰੋਬਾਰ, ਹਾਲਾਂਕਿ ਉਹਨਾਂ ਕੋਲ ਪੈਸੇ ਦੀ ਕਮੀ ਨਹੀਂ ਹੈ, ਉਹਨਾਂ ਕੋਲ ਜਾਇਦਾਦ ਦੀ ਕਮੀ ਨਹੀਂ ਹੈ। ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਉਹਨਾਂ ਦੇ ਘਰ ਭੇਜੋ, ਸੀਬੀਆਈ ਈਡੀ ਭੇਜੋ, ਅਸੀਂ ਤੁਹਾਨੂੰ ਮੰਨ ਜਾਾਂਗੇ ਤੁਹਾਡੀ ਨੀਅਤ ਸਾਫ਼। ਲੇਕਿਨ ਇਹ ਡਰਾਮਾ ਬੰਦ ਕਰੋ। ਡੈਮੋਕ੍ਰੇਸੀ 'ਚ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰੋ, ਇਲੈਕਟਡ ਲੋਕਾਂ ਦੀ ਖਰੀਦ ਫਰੋਖਤ ਬੰਦ ਕਰੋ। ਨਹੀਂ, ਦੇਸ਼ ਦੇਖ ਰਿਹਾ ਔਰ ਮੁਲਕ ਨੇ 2024 ਚ ਇਹਨਾਂ ਨਾਲ ਹਿਸਾਬ ਕਰ ਦੇਣਾ। ਮਹਿੰਗਾਈ ਇਸ ਕਰਕੇ ਹੋ ਰਹੀ ਹੈ ਮੁਲਕ 'ਚ, ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੈਸੇ ਦੀ ਦੁਰਵਰਤੋਂ ਸਰਕਾਰਾਂ ਤੋੜਨ 'ਚ ਬਣਾਉਣ 'ਚ ਲੱਗ ਰਹੀ ਆ, ਐਮਐਲਏ ਦੀ ਖਰੀਦ ਫਰੋਖਤ 'ਚ ਹੋ ਰਿਹਾ ਹੈ, ਵੱਡੇ ਕਾਰੋਬਾਰੀਆਂ ਦੇ ਕਰਜ਼ੇ ਮਾਫ ਕਰਨ 'ਚ ਪੈਸੇ ਦਾ ਉਪਯੋਗ ਕਰ ਰਹੀ ਹੈ ਮੋਦੀ ਸਰਕਾਰ। ਪੈਸਾ ਤਾਂ ਟੈਕਸ ਦਾ ਹੀ ਹੈ ਨਾ, ਲੋਕਾਂ ਦੇ ਪੈਸਾ ਤੇ ਲੋਕਾਂ ਦੇ ਟੈਕਸ 'ਚੋਂ ਹੀ ਇਕੱਠਾ ਹੋ ਰਿਹਾ ਹੈ। ਲੇਕਿਨ ਆਮ ਬੰਦਾ ਜਿਹੜਾ ਹੈ ਉਹਨੂੰ ਤੇਲ ਵੀ ਜਿਹੜਾ 70 ਰੁਪਏ ਦਾ ਸੀ 10 ਸਾਲ 8 ਸਾਲ ਪਹਿਲਾਂ, ਉਹ 170 200 ਰੁਪਏ ਲੀਟਰ ਮਿਲ ਰਿਹਾ। ਆਮ ਤੇਲ ਜਿਹੜਾ ਆਪਾਂ ਸਬਜ਼ੀ ਬਣਾਉਣ ਦੇ ਕੰਮ ਆ ਰਿਹਾ, ਹਰੇਕ ਸੈਕਟਰ 'ਚ ਬੁਰਾ ਹਾਲ ਹੈ। ਔਰ ਇੱਕ ਕਿਸਾਨ, ਇੱਕ ਆਮ ਗਰੀਬ ਪਰਿਵਾਰ ਦਾ ਬੱਚਾ, ਚਾਹੇ ਕੋਈ ਸਟੂਡੈਂਟ ਕੋਈ ਲੋਨ ਲੈਂਦਾ, ਚਾਹੇ ਕੋਈ ਇੱਕ ਛੋਟਾ ਕਾਰੋਬਾਰੀ ਹੈ, ਉਹ ਅਗਰ ਛੋਟਾ ਮੋਟਾ ਵੀ ਕਰਜ਼ਾ ਲੈ ਲੈਂਦਾ ਤੇ ਉਹਦੀ ਪ੍ਰਾਪਰਟੀ ਜਿਹੜੀ ਹੈ ਇਹ ਹਾਲ ਅਟੈਚ ਕਰ ਲੈਂਦੇ, ਜ਼ਬਤ ਕਰ ਲੈਂਦੇ। ਔਰ ਇਹ ਵੱਡੇ ਕਾਰੋਬਾਰੀਆਂ ਦੇ ਖਿਲਾਫ ਕੋਈ ਜਿਹੜਾ ਐਕਸ਼ਨ ਨਹੀਂ, ਕੋਈ ਕਿਸੇ ਤਰ੍ਹਾਂ ਦੀ ਸੀਬੀਆਈ ਔਰ ਈਡੀ ਨਹੀਂ। ਇਸ ਕਰਕੇ ਪੰਜਾਬੀਆਂ ਨੂੰ ਮੈਂ ਦੱਸਣਾ ਚਾਹੁੰਦਾ ਅਖੀਰ 'ਚ, ਹਾਲਾਂਕਿ 8-9 ਸਰਕਾਰਾਂ ਇਹਨਾਂ ਨੇ ਪੈਸੇ ਦੀ ਤਾਕਤ ਨਾਲ ਮਿਸਯੂਜ਼ ਆਫ ਮਨੀ, ਲੋਕਾਂ ਦੇ ਪੈਸੇ ਦੇ ਟੈਕਸ ਦੇ ਪੈਸੇ ਦਾ ਜਿਹੜਾ ਦੁਰਉਪਯੋਗ ਕਰਕੇ ਬਣਾਈਆਂ। ਆਪਰੇਸ਼ਨ ਲੋਟਸ ਚੱਲਿਆ, ਲੇਕਿਨ ਹਾਲਾਂ ਦਿੱਲੀ 'ਚ ਆਪਰੇਸ਼ਨ ਲੋਟਸ ਜਿਹੜਾ ਆ ਆਪਰੇਸ਼ਨ ਚਿੱਕੜ ਬਣ ਗਿਆ, ਕਿਉਂਕਿ ਦਿੱਲੀ 'ਚ ਇੱਕ ਆਮ ਆਦਮੀ ਪਾਰਟੀ ਦੀ ਇਮਾਨਦਾਰ, ਕੇਜਰੀਵਾਲ ਜੀ ਦੀ ਇੱਕ ਇਮਾਨਦਾਰ ਸਰਕਾਰ ਹੈ ਜਿਹੜੀ ਜਵਾਬਦੇਹੀ ਨਾਲ ਕੰਮ ਕਰ ਰਹੀ ਆ। ਔਰ ਇਹਨਾਂ ਲੋਕਾਂ ਨੂੰ ਜਿਹੜੇ ਇੱਕ ਪਾਸੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ, ਦੂਜੇ ਪਾਸੇ ਕਾਰਪੋਰੇਟ ਲੋਕਾਂ ਨੂੰ ਮਦਦ ਕਰ ਰਹੇ ਆ, ਤੀਸਰਾ ਆਮ ਗਰੀਬ ਲੋਕਾਂ ਨੂੰ ਮਹਿੰਗਾਈ ਦੀ ਮਾਰ ਹੇਠਾਂ ਜਾਣਬੁੱਝ ਕੇ ਲਿਆਇਆ ਜਾ ਰਿਹਾ। ਉਹਨਾਂ ਨੂੰ ਸਬਕ ਜਿਹੜਾ ਹੈ 2024 ਜਿਹੜੇ ਦੇਸ਼ ਦੇ ਲੋਕ, ਪੰਜਾਬ ਦੇ ਲੋਕ, ਸਾਰੇ ਮੁਲਕ ਦੇ ਲੋਕ ਜ਼ਰੂਰ ਸਿਖਾਉਣਗੇ। ਅੱਜ ਦਾ ਜਿਹੜਾ ਵਿਸ਼ਾ ਇਹੀ ਸੀ। ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ। ਜਿਸ ਤਰੀਕੇ ਨਾਲ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਕਹਿੰਦੇ ਮੈਨੂੰ ਸਮਝ ਹੀ ਨਹੀਂ ਮਿਲਿਆ, ਔਰ ਮੈਂ ਤਾਂ ਕਹਿੰਦੇ ਐਸਆਈਟੀ ਨੂੰ ਪੁੱਛਿਆ ਨਹੀਂ, ਮੇਰੀ ਜ਼ਰੂਰਤ ਹੈ ਤਾਂ ਦੱਸੋ, ਮੈਂ ਤੁਹਾਨੂੰ ਦੱਸ ਦੇਵਾਂਗਾ। ਦੇਖੋ, ਇੱਕ ਪਾਸੇ ਤੇ ਸਭ ਤੋਂ ਸੰਜੀਦਾ ਇਮੋਸ਼ਨ ਨਾਲ ਜੁੜਿਆ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ 7 ਸਾਲ ਤੋਂ ਪੈਂਡਿੰਗ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਕੇਸ ਹੈ, ਜਿਹਦੇ 'ਚ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਹੈ ਐਸਆਈਟੀ ਨੇ ਉਹਨਾਂ ਨੂੰ ਤਲਬ ਕੀਤਾ ਸੀ, ਉਹਨਾਂ ਦੀ ਪੁੱਛਗਿੱਛ ਹੋਣੀ ਸੀ, ਕਿਉਂਕਿ ਉਸ ਟਾਈਮ ਸੂਬੇ ਦੇ ਹੋਮ ਮਿਨਿਸਟਰ ਵੀ ਸੀਗੇ ਔਰ ਡਿਪਟੀ ਸੀਐਮ ਵੀ ਸੀਗੇ। ਲੇਕਿਨ ਉਹਨਾਂ ਦੀ ਤਰਜੀਹ ਤੇ ਨਹੀਂ ਹੈ, ਜਾਂ ਤੇ ਤਰਜੀਹ ਤੇ ਨਹੀਂ ਹੈ ਤੇ ਜਾਂ ਨੀਅਤ ਖੋਟ ਹੈ, ਜਾਂ ਦਾਲ 'ਚ ਕੁਛ ਕਾਲਾ ਹੈ। ਜੇ ਤੁਸੀਂ ਵਾਕਈ ਕਾਨੂੰਨੀ ਪ੍ਰਕਿਰਿਆ 'ਚ ਭਰੋਸਾ ਰੱਖਦੇ ਹੋ, ਜਾਂ ਤੁਸੀਂ ਦੋਧੇ ਧੁੱਪੇ ਹੋ, ਜਾਂ ਤੁਹਾਡਾ ਕੋਈ ਰੋਲ ਨਹੀਂ ਹੈ, ਚਾਹੇ ਉਹ ਬਰਗਾੜੀ ਵਾਲੀ, ਚਾਹੇ ਬਾਈਬਲ ਕਲਾਂ, ਚਾਹੇ ਕੋਟਕਪੂਰਾ ਗੋਲੀ ਕਾਂਡ, ਜਦੋਂ ਹੋਮ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ, ਤੇ ਫਿਰ ਤੁਹਾਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ 'ਚ ਦਿੱਕਤ ਕੀ ਹੈ? ਉਹਨਾਂ ਦਾ ਪਹਿਲਾਂ ਇੱਕ ਡਰਾਮਾ ਕਰਨਾ ਜੀ ਮੈਨੂੰ ਸਮਝ ਨਹੀਂ ਆਇਆ, ਤੇ ਬਾਅਦ 'ਚ ਇਹ ਕਹਿ ਦੇਣਾ ਜੀ ਮੇਰੀ ਅਲੱਗ ਕਿਸੇ ਹੋਰ ਤਰੀਕ ਸੀ। ਇਹ ਦਰਸਾਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਪੇਸ਼ ਹੋਣਾ ਨਹੀਂ ਚਾਹੁੰਦੇ, ਜਾਂ ਦਾਲ 'ਚ ਕੁਛ ਕਾਲਾ ਹੈ, ਜਾਂ ਮਨ 'ਚ ਕੋਈ ਚੋਰ ਹੈ, ਜਾਂ ਜਿਹੜਾ ਹੈ ਕਿਤੇ ਨਾ ਕਿਤੇ ਕਾਨੂੰਨ ਤੋਂ ਜਿਹੜਾ ਉਹ ਬਚਣਾ ਚਾਹੁੰਦੇ ਆ, ਲੇਕਿਨ ਇਹ ਬਚਿਆ ਨਹੀਂ ਜਾਂਦਾ। ਆਮ ਆਦਮੀ ਪਾਰਟੀ
ਕਰ ਰਿਹਾ ਸੀਗਾ ਇੱਕ ਮਤਲਬ ਗਵਰਨਮੈਂਟ ਇੰਸਟੀਟਿਊਸ਼ਨ ਹੈਗੀ ਜਿਹਨੇ ਕਿਸ ਤਰੀਕੇ ਨਾਲ ਸਮਨ ਕੀਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੌਂਗ ਪੈਂਡਿੰਗ ਹੈਗਾ ਕੇਸ ਜਿਹੜਾ 15 ਤੋਂ ਤੁਰੇ ਆ ਰਿਹਾ ਹੈ ਪਰ ਉਹ ਹਮੇਸ਼ਾ ਮਤਲਬ ਉਹ ਸੰਤੁਸ਼ਟ ਪਹਿਲੇ ਵੀ ਦੇਖੋ, ਹੁਣ ਸਰਕਾਰ ਚ ਹੋਣ ਦੇ ਬਾਅਦ ਮੈਂ ਸਪਸ਼ਟ ਕਰ ਦੇਖੋ 7 ਸਾਲ ਹੋਈ ਹੈ ਰਾਜਨੀਤੀ। ਪਹਿਲਾਂ ਸਾਰੇ ਚਿੱਟੇ ਦਿਨ ਵਾਂਗੂ ਪਤਾ ਸੀ ਵੀ ਡੇਰੇ ਵਾਲਿਆਂ ਦਾ ਰੋਲ ਹੈ ਬੇਅਦਬੀ ਕਰਾਉਣ 'ਚ, ਤੇ ਉਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਮਾਫੀਨਾਮਾ ਦਵਾਇਆ, ਉਹਨਾਂ ਨੂੰ ਬਚਾਇਆ ਔਰ ਨਿਹੱਥੇ ਲੋਕਾਂ ਤੇ ਗੋਲੀਆਂ ਚਲਵਾਈਆਂ। ਉਹਦੀ ਇਨਕੁਆਇਰੀ ਹੋ ਜੂਗੀ। ਦੂਸਰੀ ਕੈਪਟਨ ਔਰ ਕਾਂਗਰਸ ਦੀ ਸਰਕਾਰ ਆਈ ਜਦੋਂ, ਉਦੋਂ ਇੱਕ ਲਾਈਵ ਜਿਹੜੇ ਆ ਸੈਸ਼ਨ ਚਲਾਏ ਗਏ, ਲੇਕਿਨ ਸਿੱਟਾ ਕੋਈ ਨਹੀਂ, ਕੰਕਰੀਟ ਕੁਛ ਨਹੀਂ ਨਿਕਲਿਆ ਔਰ ਈਵਨ ਦੋਸ਼ ਲੱਗਦੇ ਰਹੇ ਇੱਕ ਦੂਜੇ ਨੂੰ ਬਚਾਉਣ ਦੇ। ਸੋ ਮਾਨ ਸਾਹਿਬ ਦੀ ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਆ, ਐਵੀਡੈਂਸ ਹੋਵੇ, ਪ੍ਰੋਸੀਕਿਊਸ਼ਨ ਹੈ ਜਾਂ ਪੂਰੀ ਇਨਵੈਸਟੀਗੇਸ਼ਨ ਹੈ, ਕੋਈ ਕਿਤੇ ਤਰ੍ਹਾਂ ਦੀ ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ, ਨਾ ਕਿਸੇ ਨੂੰ ਬਚਾਇਆ ਜਾਊਗਾ ਤੇ ਨਾ ਕਿਸੇ ਨੂੰ ਛੱਡਿਆ ਜਾਊਗਾ। ਰੂਲ ਆਫ ਲਾਅ ਦੇ ਹਿਸਾਬ ਨਾਲ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਔਰ ਸਾਡਾ ਲਾਅ ਆਫਿਸ ਹੋਵੇ ਚਾਹੇ ਇਨਵੈਸਟੀਗੇਸ਼ਨ ਏਜੰਸੀ ਆ, ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਨਹੀਂ। ਜਿਸ ਤਰ੍ਹਾਂ ਕਾਂਗਰਸ ਦੇ ਟਾਈਮ ਲਾਅ ਅਫਸਰ ਪੇਸ਼ ਹੀ ਨਹੀਂ ਹੁੰਦਾ ਸੀ ਕੋਰਟ 'ਚ ਜਾ ਕੇ। ਸੋ ਡੈਫੀਨੇਟਲੀ ਬੜਾ ਫੋਕਸ ਹੈ, ਮੁੱਖ ਮੰਤਰੀ ਜੀ ਮਾਨ ਸਾਹਿਬ ਆਪ ਪੂਰੀ ਮੋਨੀਟਰਿੰਗ ਕਰ ਰਹੇ ਆ ਔਰ ਲੋਕਾਂ ਨੂੰ ਇਨਸਾਫ ਦੇਣਾ ਉਹਨਾਂ ਨੇ ਵਾਅਦਾ ਵੀ ਕੀਤਾ, ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਪ੍ਰੋਸੀਡਿੰਗ ਵਿਦਆਊਟ ਪੋਲੀਟੀਕਲ ਇੰਟਰਫੇਰੈਂਸ। ਲੇਕਿਨ ਜਿਸ ਤਰੀਕੇ ਨਾਲ ਇਹ ਟਾਲਮ ਟੋਲ ਕਰ ਰਹੇ ਆ ਬਾਦਲ ਸਾਹਿਬ, ਇਹਦਾ ਮਤਲਬ ਹੈ ਕਿ ਦਾਲ 'ਚ ਕੁਛ ਕਾਲਾ ਹੈ। ਆਮ ਆਦਮੀ ਪਾਰਟੀ ਹਮੇਸ਼ਾ ਸੰਬੰਧ ਕਰੇਗੀ ਕਿਉਂਕਿ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਸਿੱਧਾ ਕਿਹਨੂੰ? ਗ੍ਰਿਫਤਾਰ ਸੁਖਬੀਰ ਬਾਦਲ ਕਿ ਪ੍ਰਤਾਪ ਬਾਜਵਾ ਕਹਿ ਰਹੇ ਨੇ ਸਿੱਧਾ ਗ੍ਰਿਫਤਾਰ ਕਰ ਲੈਣਾ ਚਾਹੀਦਾ। ਬਾਜਵਾ ਸਾਹਿਬ ਦੀ ਤੇ 5 ਸਾਲ ਸਰਕਾਰ ਰਹੀ, ਉਹਨਾਂ ਨੇ ਕੀ ਕੀਤਾ? ਲੇਕਿਨ ਅਸੀਂ ਲੇਕਿਨ ਸੁਣ ਲਓ ਨਾ, ਮੈਂ ਨਹੀਂ ਮੇਰੀ ਗੱਲ, ਬਾਜਵਾ ਸਾਹਿਬ ਤੋਂ ਸਾਨੂੰ ਸਲਾਹ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਕਿਸੇ ਨੂੰ ਨਾ ਬਚਾਉਣਾ ਹੈ ਤੇ ਨਾ ਅਨਨੈਸੈਸਰੀ ਫਸਾਉਣਾ ਹੈ। ਇਸ ਕਰਕੇ ਕਾਨੂੰਨ ਆਪਣਾ ਕੰਮ ਕਰੂਗਾ ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਚਾਹੇ ਲਾਅ ਆਫਿਸ ਹੈ ਚਾਹੇ ਇਨਵੈਸਟੀਗੇਸ਼ਨ ਏਜੰਸੀ ਹੈ, ਰੂਲ ਆਫ ਲਾਅ ਦੇ ਹਿਸਾਬ ਨਾਲ ਕੰਮ ਹੋ ਰਿਹਾ ਔਰ ਬਹੁਤ ਜਲਦੀ ਜਿਹੜਾ ਆ ਦੁੱਧ ਦਾ ਦੁੱਧ ਤੇ ਪਾਣੀ ਪਾਣੀ ਪੰਜਾਬ ਦੇ ਲੋਕਾਂ ਨੂੰ। ਹਮੇਸ਼ਾ ਵੀਆਈਪੀ ਕਲਚਰ ਦੇ ਖਿਲਾਫ ਕੰਮ ਕਰਦੀ ਰਹੀ ਹੈ, ਤੁਹਾਡੇ ਕੰਮ ਲਗਾਤਾਰ ਰਹੇ ਹੈ, ਪਰ ਦੂਜੇ ਪਾਸੇ ਫਾਜ਼ਿਲਕਾ ਤੋਂ ਜਿਹੜੀ ਇੱਕ ਘਟਨਾ ਸਾਹਮਣੇ ਆਈ ਹੈ ਕਿ ਤੁਹਾਡੇ ਜਿਹੜੇ ਐਮਐਲਏ ਹੈ ਗੋਲਡੀ ਮੁਸਾਫਰ, ਉਹਨਾਂ ਦਾ ਪੁੱਤਰ ਆਪਣੀ ਸਕੂਟੀ ਤੇ ਹੀ ਹੂਟਰ ਲਾ ਕੇ ਫਿਰਦਾ ਸੀਗਾ, ਫਾਜ਼ਿਲਕਾ ਪੁਲਿਸ ਨੇ ਵਾਰਨਿੰਗ ਦੇ ਕੇ ਛੱਡਿਆ। ਮੈਂ ਹੁਣ ਇਹ ਦੇਖੋ, ਜੇ ਤੇ ਇਹ 'ਚ ਕੋਈ ਸੱਚਾਈ ਹੋਊਗੀ ਤਾਂ ਡੈਫੀਨੇਟਲੀ, ਲੇਕਿਨ ਇਹ ਗੱਲ ਅਜੇ ਹੁਣ ਤੁਸੀਂ ਦੱਸ ਰਹੇ ਹੋ ਤਾਂ ਸੁਭਾਵਿਕ ਤੌਰ ਤੇ ਕੋਈ ਆਪਣਾ ਹੋਵੇ ਬੇਗਾਨਾ ਹੋਵੇ। ਵੀਆਈਪੀ ਕਲਚਰ ਦਾ ਮਤਲਬ ਇਹ ਆ ਵੀ ਸਟੇਟ ਦੀ ਮਸ਼ੀਨਰੀ ਦਾ, ਸਟੇਟ ਦੇ ਐਕਸਚੈਕਰ ਦਾ ਮਿਸਯੂਜ਼ ਨਹੀਂ ਹੋਣ ਦੇਣਾ ਔਰ ਜਿਹੜੇ ਬੰਦੇ ਵਾਸਤੇ ਜੋ ਪ੍ਰੋਟੋਕਾਲ ਬਣਿਆ ਉਹਦੇ ਹਿਸਾਬ ਨਾਲ ਸਰਕਾਰ ਪ੍ਰੋਵਾਈਡ ਕਰਾਊਗੀ। ਐਮਐਲਏ ਦਾ ਮੁੰਡਾ ਹੋਵੇ, ਚਾਹੇ ਮੰਤਰੀ ਦਾ ਹੋਵੇ, ਚਾਹੇ ਵਰਕਰ ਦਾ ਹੋਵੇ, ਆਮ ਬੰਦਾ ਹੋਵੇ, ਕੋਈ ਲਿਹਾਜ਼ ਨਹੀਂਗਾ। ਲੇਕਿਨ ਇਹ ਗੱਲ ਜਦੋਂ ਸਾਹਮਣੇ ਆਊਗੀ ਤਾਂ ਫਿਰ ਦੇਖਾਂਗੇ। ਹਾਂਜੀ, ਪੰਜਾਬ ਦੇ ਅੰਦਰ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵਿਧਾਇਕ ਹੈ ਉਹਨਾਂ ਦੀ ਖਰੀਦ ਭਾਜਪਾ ਕਰਨ ਜਾ ਰਹੀ ਹੈ 2024? ਮੈਂ ਦੱਸਿਆ ਕਿ ਆਪਰੇਸ਼ਨ ਲੋਟਸ ਜਿਹੜਾ ਆ ਦਿੱਲੀ ਚ ਆਉਂਦਿਆਂ ਆਪਰੇਸ਼ਨ ਚਿੱਕੜ ਬਣ ਗਿਆ। 800 ਕਰੋੜ ਰੁਪਈਆ ਇਹਨਾਂ ਨੇ ਰੱਖਿਆ ਦਿੱਲੀ ਵਾਸਤੇ। ਮਤਲਬ ਮਨਸੂਬੇ ਜਿਹੜੇ ਆ, ਦੇਖੋ ਜਦੋਂ ਦੇ ਮੋਦੀ ਸਾਹਿਬ ਆਏ ਆ ਔਰ ਅਮਿਤ ਸ਼ਾਹ ਔਰ ਮੋਦੀ ਸਾਹਿਬ ਭਾਜਪਾ ਦੀ ਸਰਕਾਰ, ਇਹਨਾਂ ਦਾ ਤੇ ਤਰੀਕਾ ਬੜਾ ਸਪਸ਼ਟ ਹੈ। ਕੋਈ ਇਹ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਕੋਈ ਸੰਵਿਧਾਨ ਨੂੰ ਨਹੀਂ, ਕੋਈ ਕਾਨੂੰਨ ਨੂੰ ਨਹੀਂ ਮੰਨਦੇ। ਜਾਂ ਸਾਡੇ ਨਾਲ ਰਲ ਜਾਓ ਕਹਿੰਦੇ, ਜਾਂ ਅਸੀਂ ਖਰੀਦ ਲਾਂਗੇ, ਜਾਂ ਅਸੀਂ ਤੋੜ ਦਾਂਗੇ, ਜਾਂ ਸੀਬੀਆਈ ਔਰ ਈਡੀ ਤੁਹਾਡੇ ਘਰ ਭੇਜ ਦਾਂਗੇ। ਸੁਣ ਲਓ, ਮੁਕੁਲ ਦੇਵ ਆਏ ਬੰਗਾਲ ਵਾਲੇ, ਇਹਨਾਂ ਦੇ ਵੱਲ ਆ ਗਏ ਤਾਂ ਦੁੱਧ ਤੋਂ ਪਿਓਗੇ। ਪਹਿਲਾਂ ਉੱਥੇ ਸੀਬੀਆਈ ਸੀ। ਮਹਾਰਾਸ਼ਟਰ 'ਚ ਕੀ ਹੋਇਆ? ਹਰੇਕ ਸਟੇਟ, ਮੈਂ 8-10 ਸਟੇਟਾਂ ਤੁਹਾਨੂੰ ਗਿਣਾਤੀਆਂ, ਜੇ ਇਹਨਾਂ ਨਾਲ ਰਲ ਜਾਂਦਾ। ਨਹੀਂ ਪੰਜਾਬ, ਦੇਖੋ ਇਹਨਾਂ ਦੀ ਹਿੰਮਤ ਨਹੀਂ ਗਈ। ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਹ ਹੱਥ ਨਹੀਂ ਪਾ ਸਕਦੇ, ਇਹਨਾਂ ਨੇ ਦੇਖ ਲਿਆ। ਮੈਂ ਕਹਿੰਦਾ ਇਹਨਾਂ ਦੀ ਹਿੰਮਤ ਨਹੀਂ ਗਈ। ਐ ਕਿਸ ਤਰ੍ਹਾਂ ਉਹ, ਮੇਰੀ ਗੱਲ ਸੁਣੋ, ਰੌਲਾ ਪਾਉਣ ਨੂੰ ਪਾਈ ਜਾਣ ਆਮ ਆਦਮੀ ਪਾਰਟੀ ਦੇ ਲੋਕ। ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਰਾਜਨੀਤੀ ਆ, ਉਹ ਰਾਜਨੀਤੀ ਸਿਰਫ ਸੱਤਾ ਹਾਸਲ ਕਰਨਾ ਨਹੀਂ, ਪੂਰਾ ਇੱਕ ਵਿਵਸਥਾ ਨੂੰ ਬਦਲਣ ਵਾਸਤੇ ਆ। ਰਾਜਨੀਤੀ ਬਦਲਣ ਵਾਸਤੇ ਆਏ, ਉਹਦੇ ਚੋਂ ਹੀ ਲੋਕ ਹੈ। ਹਾਲਾਂਕਿ ਚਾਹੇ ਦੂਜੀਆਂ ਪਾਰਟੀਆਂ ਚੋਂ ਵੀ ਆਏ ਆ, ਉਹਨਾਂ ਨੂੰ ਪਤਾ ਇਸ ਸਿਧਾਂਤ ਤੇ ਰਹਿਣਾ ਪਊਗਾ। ਸੋ ਡੈਫੀਨੇਟਲੀ ਦਿੱਲੀ 'ਚ ਫਿਰ ਆਪਰੇਸ਼ਨ ਚਿੱਕੜ ਬਣ ਤੇ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਕਾਂਗਰਸ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਸ਼ਰਾਬ ਘੁਟਾਲਾ ਜੋ ਸੁਖਬੀਰ ਬਾਦਲ ਨੇ ਉਜਾਗਰ ਕੀਤਾ ਸੀ, ਉਸ ਤੋਂ ਬਾਅਦ ਜਿਹੜਾ ਸਾਹਮਣਾ ਮਿਲਿਆ। ਦੇਖੋ, ਇਹਨਾਂ ਦੀ ਤਕਲੀਫ ਇਹ ਆ ਕਿ ਪੰਜਾਬ 'ਚ ਜਿਹੜੀ ਸ਼ਰਾਬ ਸੀ ਨਾ, ਚਾਹੇ ਉਹ ਬਣਦੀ ਮੈਨੂਫੈਕਚਰਿੰਗ ਸੀ,
ਚਾਹੇ ਰਿਟੇਲ ਸੀ ਤੇ ਚਾਹੇ ਐਲਵਨ ਸੀ, ਉਹ ਇਹ ਕੁਝ ਲੋਕਾਂ ਦੇ ਹੱਥ ਸੀਗੇ ਜਿਨ੍ਹਾਂ ਨਾਲ ਇਹਨਾਂ ਦੀ ਵੀ ਸਾਂਠ ਗਾਂਠ ਸੀ। ਚਾਹੇ ਉਹ ਕਾਂਗਰਸ ਅਕਾਲੀ ਹੋਣ ਦਾ ਡਰਾਮਾ ਕਰਦੇ ਸੀ, ਵਿਧਾਨ ਸਭਾ 'ਚ ਵੀ ਗਾਲੋ ਗਾਲੀ ਹੋ ਜਾਂਦੇ ਸੀ ਇਹ, ਲੇਕਿਨ ਇਹ ਆਪਸ 'ਚ ਸਾਰੇ ਰਲੇ ਮਿਲੇ ਸੀ, ਇਹਨਾਂ ਨੂੰ ਫੰਡਿੰਗ ਹੁੰਦੀ ਸੀ, ਇਹਨਾਂ ਦੇ ਰਿਸ਼ਤੇ ਨਾਤੇਦਾਰ ਸੀ। ਸੋ ਇਹਨਾਂ ਦੀਆਂ ਉਹ ਦੁਕਾਨਦਾਰੀਆਂ, ਇਹਨਾਂ ਦੀ ਉਹ ਮੋਨੋਪਲੀ, ਇਹਨਾਂ ਦੀ ਉਹ ਕਾਲਾ ਬਾਜ਼ਾਰੀ ਹੋ ਗਈ ਆ ਬੰਦ। ਪੰਜਾਬ 'ਚ ਇਲੀਗਲ ਸ਼ਰਾਬ ਬੰਦ ਹੋ ਗਈ, ਬਾਕੀ ਸੂਬਿਆਂ ਤੋਂ ਜਿਹੜੀ ਸਮਗਲਿੰਗ ਉਹ ਬੰਦ ਹੋਈ, ਪੰਜਾਬ ਦੇ ਐਕਸਾਈਜ਼ ਨੂੰ ਫਾਇਦਾ ਹੋਇਆ, ਪੰਜਾਬ 'ਚ ਲੋਕਾਂ ਨੂੰ ਸ਼ਰਾਬ ਸਸਤੀ ਮਿਲੀ। ਤਾਂ ਦੱਸੋ, ਸੁਖਬੀਰ ਬਾਦਲ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਆ, ਅਕਾਲੀ ਦਲ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਹੈ ਨਾ, ਕਿਉਂਕਿ ਇਹਨਾਂ ਨੂੰ ਤੇ ਇਹ ਸੀ ਵੀ ਸਾਡਾ ਤਾਂ ਕੰਮ ਚੱਲੀ ਜਾਂਦਾ, ਕਾਂਗਰਸ 'ਚ ਇਹਨਾਂ ਦਾ ਚੱਲੀ ਜਾਂਦਾ ਸੀ, ਇਹਨਾਂ ਵੇਲੇ ਕਾਂਗਰਸੀ ਦਾ ਚੱਲੀ ਜਾਂਦਾ ਸੀ, ਸੋ ਬੰਦ ਹੋ ਗਿਆ। ਹਿਮਾਚਲ ਦੇ ਵਿੱਚ ਕੱਲ ਕਾਂਗਰਸ ਪਾਰਟੀ ਐਲਾਨ ਕਰਨ ਜਾ ਰਹੀ ਹੈ ਜੀ 1500 ਰੁਪਏ ਕਹਿੰਦੇ ਮਹਿਲਾਵਾਂ ਨੂੰ ਹਰ ਮਹੀਨੇ ਦੇਵਾਂਗੇ, 300 ਯੂਨਿਟ ਫ੍ਰੀ ਬਿਜਲੀ ਦਾ ਜਿਹੜਾ ਐਲਾਨ ਆ ਉਹ ਕਰੇ। ਜਿਹੜੇ ਵਾਅਦੇ ਕਦੇ ਆਮ ਆਦਮੀ ਪਾਰਟੀ ਕਰਦੀ ਸੀ ਉਹੀ ਵਾਅਦੇ ਕਿਤੇ ਨਾ ਕਿਤੇ ਕੌਣ ਕਰ ਰਹੀ ਹੈ? ਕਾਂਗਰਸ ਪਾਰਟੀ ਕੱਲ ਨੂੰ ਕਰਨ ਜਾ ਰਹੀ ਹੈ ਹਿਮਾਚਲ ਦੇ ਵਿੱਚ। ਦੇਖੋ, ਕਾਂਗਰਸ ਨੂੰ ਲੋਕਾਂ ਨੇ ਬਹੁਤ ਲੰਬਾ ਸਮਾਂ ਦਿੱਤਾ, ਲੇਕਿਨ ਕਾਂਗਰਸ ਨੇ ਨਾ ਲੋਕਾਂ ਦੇ ਭਵਿੱਖ ਨੂੰ ਬਦਲਿਆ ਤੇ ਨਾ ਆਪਣੇ ਆਪ ਨੂੰ ਬਦਲਿਆ, ਤੇ ਹੁਣ ਕਾਂਗਰਸ ਕੱਢਣ ਪਾਉਣ ਨੂੰ ਕੁਝ ਰਿਹਾ ਨਹੀਂ। ਹੁਣ ਉਹ ਰੀਸ ਤੇ ਕਰ ਸਕਦੇ ਆ, ਨਕਲ ਕਰ ਸਕਦੇ, ਪਰ ਅਸਲ ਨਹੀਂ ਹੋ ਸਕਦਾ। ਇਸ ਕਰਕੇ ਇਹਨਾਂ ਦੀ ਰਾਜਨੀਤੀ ਜਿਹੜੀ ਆ ਹੁਣ ਖਤਮ ਹੋ ਗਈ। ਬਹੁਤ ਬਹੁਤ ਧੰਨਵਾਦ। ਇੱਕ ਸਵਾਲ, ਮੂਸੇਵਾਲਾ ਮਾਮਲੇ 'ਚ ਅੱਜ ਇਨਸਾਫ ਲਈ ਕੈਂਡਲ ਮਾਰਚ ਕੀਤੀ ਜਾ ਰਹੀ ਹੈ। ਮੇਰੀ ਗੱਲ ਸੁਣੋ, ਇੱਕ ਸਚਿਨ ਤੇਂਦੁਲਕਰ ਲਿਆਉਣ ਦੀ ਵੀ ਮੇਰੀ ਗੱਲ, ਹਾਂ, ਇਹੀ ਜਿਹੜੇ ਗੈਂਗਸਟਰ ਸੀ ਨਾ, ਹੁਣ ਚੀਕਾਂ ਮਾਰ ਰਹੇ, ਚੀਕਾਂ ਜੇਲ੍ਹਾਂ 'ਚ ਬੈਠੇ, ਇਹ ਪਿਓ ਬਣੇ ਬੈਠੇ ਸੀ ਪਿਛਲੀਆਂ ਸਰਕਾਰਾਂ 'ਚ। VIP ਕਲਚਰ ਇਹ ਸੀ, ਜਦੋਂ ਇਹ ਸ਼ਰੇਆਮ ਗੋਲੀਆਂ ਮਾਰ ਕੇ ਚਲੇ ਜਾਂਦੇ ਸੀ ਤੇ ਸ਼ਰੇਆਮ ਘੁੰਮਦੇ ਸੀ, ਔਰ ਪੋਲੀਟੀਕਲ ਲੀਡਰਾਂ ਨਾਲ ਇਹਨਾਂ ਦੀ ਹਿੱਸੇਦਾਰੀ ਸੀ, ਚਾਹੇ ਡਰੱਗ ਦਾ ਕਾਰੋਬਾਰ ਸੀ, ਚਾਹੇ ਸ਼ਰਾਬ ਦਾ ਸੀ, ਚਾਹੇ ਮਾਈਨਿੰਗ ਦਾ ਸੀ। ਹੁਣ ਚੀਕਾਂ ਕਿਉਂ ਪੈ ਰਹੀਆਂ ਜੇਲ੍ਹਾਂ 'ਚ? ਕਿਉਂਕਿ ਹੁਣ ਪਤਾ ਹੈ ਕੋਈ ਲਿਹਾਜ਼ ਨਹੀਂ ਆ, ਕੋਈ ਤਰਫਦਾਰੀ ਨਹੀਂ ਆ, ਕੋਈ ਇਹਨਾਂ ਨੂੰ ਬਚਾ ਨਹੀਂ ਹੋਣਾ। ਜਿਹੜਾ ਬੰਦਾ, ਜਿਸ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ, ਕਾਨੂੰਨ ਆਪਣਾ ਕੰਮ ਕਰੂਗਾ, ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ। ਇਹ ਪੈਟਰੋਨੇਜ ਸੀਗਾ, ਇਹ ਤੇ ਇਹਨਾਂ ਨੂੰ ਸ਼ੈਲਟਰ ਕੀਤਾ ਗਿਆ ਸੀ, ਤਾਂ ਹੀ ਬਣੇ ਆ। ਹੁਣ ਦੇਖੋ, ਅਪੀਲ ਕਰ ਰਹੇ ਜੀ ਅਸੀਂ ਨਹੀਂ ਆਏ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਬਿਲਕੁਲ ਪੰਜਾਬ 'ਚ ਜਿਹੜਾ ਹੈ ਲਾਅ ਐਂਡ ਆਰਡਰ, ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਸਰਕਾਰ ਨੇ ਨਾ ਕੀਤਾ ਹੈ, ਮਾਨ ਸਾਹਿਬ ਨੇ ਨਾ ਅੱਗੇ ਕਰਨਾ ਹੈ, ਔਰ ਇਹਨਾਂ ਦੀਆਂ ਦੁਕਾਨਦਾਰੀਆਂ ਵੀ ਬੰਦ। ਸਚਿਨ ਔਰ ਅਨਮੋਲ ਜਿਹੜੇ ਬਿਸ਼ਨੋਈ ਆ ਉਹਨਾਂ ਨੂੰ ਬਾਹਰੋਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰੇਕ ਹੀਲਾ ਵਸੀਲਾ ਸਰਕਾਰ ਵਰਤੂਗੀ ਕਾਨੂੰਨ ਦੇ ਹਿਸਾਬ ਨਾਲ, ਕਿ ਜਿਹੜਾ ਅਪਰਾਧੀ ਆ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਪੰਜਾਬ 'ਚ ਲਿਆ ਕੇ ਸਜ਼ਾ ਦਿੱਤੀ ਜਾਵੇ, ਬਚਿਆ ਕੋਈ ਨਹੀਂ ਜਾਊਗਾ। ਜਿਹੜਾ ਵੀ ਹੀਲਾ ਵਸੀਲਾ ਕਰਨਾ ਪਿਆ ਅਸੀਂ ਕਰਾਂਗੇ। ਜਦੋਂ ਅਗਲਾ ਬਜਟ ਪੇਸ਼ ਕਰਾਂਗੇ ਤਾਂ ਅਸੀਂ ਤੁਹਾਨੂੰ ਸਾਰੇ ਅੰਕੜੇ ਦੱਸਾਂਗੇ। ਪਿਛਲਾ ਵੀ ਵਾਈਟ ਪੇਪਰ ਅਸੀਂ ਦਿੱਤਾ ਹੈ, ਆਪਣਾ ਹਿਸਾਬ ਵੀ ਅਸੀਂ ਦੇਵਾਂਗੇ। 4 ਮਹੀਨੇ ਦਾ ਹਿਸਾਬ ਵੀ ਫਾਈਨੈਂਸ ਮਿਨਿਸਟਰ ਸਾਹਿਬ ਨੇ ਪਿਛਲੇ ਦਿਨਾਂ 'ਚ ਦੇ ਦਿੱਤਾ ਹੈ। ਡੈਫੀਨੇਟਲੀ ਬਹੁਤ ਸਾਰੀਆਂ ਚੋਰ ਮੋਰੀਆਂ ਸੀ ਜਿਹੜੀਆਂ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕੀਤੀਆਂ, ਬਹੁਤ ਸਾਰੀ ਲੁੱਟ ਖਸੁੱਟ ਸੀ ਜਿਹੜੀ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕੀਤੀ ਆ। ਉਹਦਾ ਫਾਇਦਾ ਪੰਜਾਬ ਦੇ ਖਜ਼ਾਨੇ ਨੂੰ ਹੋਊਗਾ, ਉਹਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ। ਬੀਜੇਪੀ ਤਰੁਣ ਚੁੱਗ ਕਹਿ ਰਹੇ ਕਹਿੰਦੇ ਕੇਜਰੀਵਾਲ ਨੂੰ ਝਾੜੂ ਦੀ ਜਗ੍ਹਾ ਦਾਰੂ ਚੋਂ ਨਿਸ਼ਾਨ ਕਰ ਦੇਣਾ। ਤਰਨ ਚੁੱਗ ਹੋਣਾ ਦੀ ਕੋਈ ਰੈਲੇਵੈਂਟ ਕੀ ਹੈ? ਕੌਣ ਜਾਣਦਾ ਤਰਨ ਚੁੱਗ ਨੂੰ ਪੰਜਾਬ 'ਚ? ਸਿਰਫ ਤੇ ਸਿਰਫ ਇੱਕ ਆਪਣੇ ਕੁਝ ਚੁਣੇ ਹੋਏ ਗੋਦੀ ਮੀਡੀਆ ਦੇ ਰਾਹੀਂ ਬਕਵਾਸਬਾਜ਼ੀ ਕਰਨ। ਕੀ ਕਰ ਲਿਆ ਦਿੱਲੀ 'ਚ ਇਹਨਾਂ ਨੇ? ਦੱਸ ਦੇਣ ਨਾ, CBI ED ਕਰਕੇ ਵੇਖ ਲਿਆ ਨਾ। 44 ਤੋਂ ਵੱਧ ਸਾਡੇ MLA ਨੂੰ ਪਿਛਲੇ 6 ਸਾਲਾਂ 'ਚ ਇਹਨਾਂ ਨੇ ਜੇਲ੍ਹ ਦੇ ਅੰਦਰ ਧੱਕਿਆ ਦਿੱਲੀ 'ਚ। ਦਿੱਲੀ ਦੀ ਗੱਲ ਕਰਦਾ, ਆਮ ਆਦਮੀ ਪਾਰਟੀ, ਤੇ ਕੀ ਕੱਢ ਲਿਆ? ਸੋ ਉਹ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਐਕਸਪਲੇਨ ਕਰ ਚੁੱਕਿਆ। CBI ਔਰ ED ਉੱਥੇ ਭੇਜੀ ਜਾਂਦੀ ਆ ਜਿਹੜਾ ਇਹਨਾਂ ਦੇ ਸਾਹਮਣੇ ਝੁਕਦਾ ਨਹੀਂ ਆ, ਜਿਹੜਾ ਕੰਪਰੋਮਾਈਜ਼ ਨਹੀਂ ਕਰਦਾ, ਜਿਹੜਾ